ਆਸ ਦਾ ਮੇਨ ਮਕਸਦ ਜੋ ਸਿੰਘਨਾਦ ਰੇਡੀਓ ਦੀ ਆਵਾਜ਼ ਹੈ, ਉਸ ਦਾ ਮਕਸਦ ਹੈ ਪੈ ਕਾਹੂ ਕੋ ਦੇਤ ਨਹਿ ਪੈਮਾਨ ਧਿਆਨ। ਤੇ ਸਾਡੇ ਸਾਰੇ ਪ੍ਰੋਗਰਾਮ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਸਮਰਪਿਤ ਹੁੰਦੇ ਨੇ। ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਅਸੀਂ ਉਸ ਮਾਲਕ ਦੀ ਜਿਹੜੀ ਸਿਫਤ ਸਲਾਹ ਹੈ, ਉਸ ਨੂੰ ਜਿੰਨੀ ਵੀ ਸਾਨੂੰ ਸਮਝ ਹੈ, ਉਸ ਦੇ ਮੁਤਾਬਕ ਆਪਸੀ ਪਿਆਰ ਮੁਹੱਬਤ ਦੇ ਨਾਲ ਗੁਰੂ ਮਹਾਰਾਜ ਦਾ ਜਸ ਗਾਇਨ ਕਰੀਏ। ਤੇ ਇਸ ਆਵਾਜ਼ ਨੂੰ ਬੁਲੰਦ ਰੱਖਣ ਲਈ ਤੁਹਾਡੇ ਸਹਿਯੋਗ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਆਓ ਹੁਣ ਪ੍ਰੋਗਰਾਮ ਕਰੀਏ ਸ਼ੁਰੂ। ਮੇਰੇ ਪਾਤਸ਼ਾਹ ਰਹਿਮਤ ਕਰਨ। ਹਾਂਜੀ, ਜਿਵੇਂ ਤੁਹਾਨੂੰ ਪਤਾ 23 ਪੋਹ 5 ਜਨਵਰੀ ਨੂੰ ਅਸੀਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ। ਤੇ ਅੱਜ ਕੱਲ੍ਹ ਤੁਸੀਂ ਇੱਕ ਹੋਰ ਵੀ ਦੇਖ ਰਹੇ ਹੋ ਕਿ ਈਵਨ ਦਰਬਾਰ ਸਾਹਿਬ ਵਿਖੇ ਵੀ, ਤੇ ਵੈਸੇ ਉਹਨਾਂ ਨੇ ਤਾਂ ਹੁਣ ਜਿਹਨੂੰ ਅਸੀਂ ਹੋ ਸਕਦਾ ਮੇਰੇ ਲਫ਼ਜ਼ ਕੋੜੇ ਹੁਣ, ਮੈਂ ਖਿਮਾ ਤੇ ਜਾ ਚੁੱਕਾ ਪਹਿਲਾਂ ਹੀ, ਵੀ ਜਿਹੜੀ ਕੋਈ ਸ਼ਰਮ ਕੋਈ ਲਫ਼ਜ਼ ਹੈ ਉਹਦੀ ਲੋਈ ਲਾਤੀ ਹੈ ਸ਼ਰੇਆਮ। ਉਹ ਜਦੋਂ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਲਿਖਿਆ ਹੈ ਕਿ ਜੇ ਤੁਸੀਂ ਸਿੱਖ ਰਹਿਤ ਮਰਿਆਦਾ ਦਾ ਪੰਨਾ 15 ਦੇਖੋ ਤਾਂ ਉੱਥੇ ਹੈ ਕੀਰਤਨ। ਊੜਾ ਕਲੌਜ਼ ਵਿੱਚ ਹੈ, ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਐੜਾ ਕਲੌਜ਼। ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ। ਈੜੀ ਕਲੌਜ਼। ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ। ਸੱਸਾ। ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ। ਹੁਣ 4 ਕਲੋਜ਼ਾਂ ਇਹ 'ਚ ਸਪਸ਼ਟ ਲਿਖਿਆ ਹੈ, ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ। ਹੁਣ ਪੰਜਾਬੀ 'ਚ ਲਿਖਿਆ ਆ, ਤੇ ਜਿਹੜੇ ਉੱਥੇ ਰਾਗੀ ਸਿੰਘ ਕੀਰਤਨ ਕਰਦੇ ਨੇ, ਵੈਸੇ ਤਾਂ ਰਾਗ ਹੀ ਗਾਉਂਦੇ ਆ, ਕੀਰਤਨ ਤਾਂ ਬਹੁਤ ਘੱਟ ਹੈ, ਉਹ ਸ਼ਰੇਆਮ ਤੇਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ, ਜਾਂ ਹੋਰ ਜਬ ਹੀ ਜਾਤ ਤਰਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ। ਤੇ ਇਹ ਇਸ ਤਰ੍ਹਾਂ ਦੀਆਂ ਜੋ ਧਾਰਨਾ ਦੇ ਨਾਲ ਕੀਰਤਨ ਕਰਦੇ ਨੇ। ਕਿਉਂ? ਕਿਉਂਕਿ ਜਦ ਉਹਨਾਂ ਦੇ ਮਾਲਕ ਇਹ ਕਹਿੰਦੇ ਨੇ ਵੀ ਤੁਸੀਂ ਇੱਦਾਂ ਕਰੋ,
ਤੇ ਉਹ ਕਹਿੰਦੇ ਅਸੀਂ ਕਰਨਾ ਜੀ। ਠੀਕ ਆ। ਹੁਣ ਸਵਾਲ ਪੈਦਾ ਹੁੰਦਾ ਵੀ ਜੇ ਇਹਨੂੰ ਬਚਿੱਤਰ ਨਾਟਕ ਕਿਹਾ ਜਾਂਦਾ, ਉਹਦੀ 282ਵਾਂ ਬੰਦ ਹੈ ਵੀ ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਂਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਇਹ ਜਿਹੜੀਆਂ ਲਾਈਨਾਂ ਨੇ, ਇਹ ਜਿਹਨੂੰ ਬਚਿੱਤਰ ਨਾਟਕ, ਪਹਿਲਾਂ ਬਚਿੱਤਰ ਨਾਟਕ ਹੁੰਦਾ ਸੀ, ਦਸਮ ਗ੍ਰੰਥਾਂ ਚਲੋ ਥੋੜ੍ਹੇ ਚਿਰ ਤੋਂ ਉਹਨਾਂ ਨੇ ਜੋ ਬੜੀ ਮਿਹਰਬਾਨੀ ਹੋਈ ਸਾਡੇ ਜਿਹੜੇ ਉਸ ਪਾਸੇ ਚੱਲੇ ਹੋਏ ਨੇ, ਕਹਿੰਦੇ ਅਸੀਂ ਖੂਹ 'ਚ ਡਿੱਗਣਾ ਜ਼ਰੂਰ ਆ, ਅਤੇ ਡਿੱਗ ਵੀ ਰਹੇ ਨੇ। ਅਤੇ ਹੁਣ ਮੁਸ਼ਕਿਲ ਸਿਰਫ ਇਹ ਆ, ਉਹ ਸਾਨੂੰ ਵੀ ਨਾਲ ਖਿੱਚਦੇ ਨੇ, ਬਾਕੀ ਕੌਮ ਨੂੰ ਵੀ ਕਹਿੰਦੇ ਅਸੀਂ ਉਹਨਾਂ ਨੂੰ ਵੀ, ਤੁਹਾਨੂੰ ਵੀ ਖੂਹ 'ਚ ਡੁੱਬ ਕੇ ਹੀ ਸਾਹ ਲੈਣਾ। ਚਲੋ ਇਹ ਬਚਿੱਤਰ ਨਾਟਕ ਦੇ ਜਿਹੜਾ ਭਾਗ 7ਵਾਂ ਉਹਦੇ ਵਿੱਚ ਹੈ। ਤਾਂ ਇਸ ਗ੍ਰੰਥ ਬਾਰੇ ਪੰਥ ਵਿੱਚ ਸ਼ੁਰੂ ਤੋਂ ਹੀ ਮਤਭੇਦ ਹੈ। ਕਿਉਂ? ਕਿਉਂਕਿ ਇਸ ਦੀ ਪ੍ਰਮਾਣਿਕਤਾ, ਜਿਹੜੀ ਲਿਖਾਰੀ ਦੀ ਪ੍ਰਮਾਣਿਕਤਾ ਆ, ਉਹਦੇ ਬਾਰੇ ਕਦੀ ਵੀ ਸਹਿਮਤੀ ਨਹੀਂ ਹੋਈ। ਤੇ ਇਹਦਾ ਹੱਲ ਕੀ ਹੈ? ਹੱਲ ਇਹ ਹੈ ਵੀ ਇਹਨੂੰ ਗੁਰਮਤ ਭਾਵ ਗੁਰਬਾਣੀ ਦੀ ਕਸਵੱਟੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਦੇ ਹਿਸਾਬ ਨਾਲ ਪਰਖ ਕੇ ਸਾਨੂੰ ਨਿਰਣਾ ਕਰਨਾ ਚਾਹੀਦਾ। ਪਰ ਇਹ ਨਿਰਣਾ ਹੋਣਾ ਨਹੀਂ, ਕਿਉਂ ਜਿਹਨਾਂ ਨੇ ਨਿਰਣਾ ਕਰਨਾ ਉਹ ਅਜੇ ਤੱਕ ਇਸ ਗੱਲ ਦਾ ਤਾਂ ਨਿਰਣਾ ਕਰ ਨਹੀਂ ਸਕੇ ਕਿ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਿਆ ਹੈ ਵੀ ਪਾਠ, ਅਖੰਡ ਪਾਠ ਜਾਂ ਹੋਰ ਜੋ ਹੈ, ਉਹਦੇ ਵਿੱਚ ਇਹ ਲਿਖਿਆ ਵੀ ਜਿਹੜਾ ਭੋਗ ਆ, ਜਿਹੜਾ ਰਹਿਤ ਮਰਿਆਦਾ ਦੇ 18 ਪੇਜ ਤੇ ਲਿਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਾਧਾਰਨ ਜਾਂ ਅਖੰਡ ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗ ਮਾਲਾ ਪੜ੍ਹ ਕੇ ਚੱਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। ਅੱਗੇ ਬ੍ਰੈਕਟ 'ਚ ਲਿਖਿਆ ਹੈ ਜੀ, ਇਸ ਗੱਲ ਬਾਬਤ ਪੰਥ ਵਿੱਚ ਅਜੇ ਤੱਕ ਮਤਭੇਦ ਹੈ। ਇਸ ਲਈ ਰਾਗ ਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ। ਇਸ ਤੋਂ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ। ਇਹ ਪਹਿਲੀ ਕਲੌਜ਼ ਆ, ਊੜਾ। ਹੁਣ ਇਹਦੇ ਵਿੱਚ ਪਹਿਲਾਂ ਦੇਖ ਲਈਏ, ਥੋੜ੍ਹੇ ਜਿਹਾ ਆਪਣੇ ਇਹਦੇ ਬਾਰੇ ਵਿਚਾਰ ਕਰ ਲਈਏ। ਜਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਨੇ ਜਾਂ ਜਿਹੜੇ ਉੱਥੇ ਮੀਟਿੰਗਾਂ ਹੋਈਆਂ, ਉਹ 'ਚ ਸਪਸ਼ਟ ਤੌਰ ਤੇ ਦੱਸਤਾ ਵੀ ਜਿਹੜੀ ਰਾਗ ਮਾਲਾ ਆ, ਰਾਗ ਮਾਲਾ ਗੁਰਬਾਣੀ ਨਹੀਂ ਹੈ, ਪਰ ਫਿਰ ਵੀ ਅਸੀਂ ਉਸ ਨੂੰ ਅੰਨ੍ਹੇਵਾਹ ਕਰੀ ਜਾਂਦੇ ਹਾਂ। ਹੁਣ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਆ, ਤੇ 31 ਰਾਗਾਂ ਦੇ ਬਾਰੇ ਸਾਨੂੰ ਪਤਾ, ਤੇ ਜਿਹੜਾ ਰਾਗ ਮਾਲਾ ਦੇ ਵਿੱਚ ਹੈ
ਉਹ 9 ਰਾਗ ਜਿਹੜੇ 31 ਰਾਗਾਂ ਵਿੱਚੋਂ ਉਹ 9 ਰਾਗ ਰਾਗਮਾਲਾ ਵਿੱਚ ਹੈ ਹੀ ਨਹੀਂ। ਕਿਹੜੇ ਕਿਹੜੇ ਰਾਗ ਜੀ? ਮਾਝ ਰਾਗ, ਬਿਹਾਗੜਾ, ਵਡਹੰਸ, ਜੈਤਸਰੀ, ਰਾਮਕਲੀ, ਮਾਲੀਗੌੜਾ, ਤੁਖਾਰੀ, ਪ੍ਰਭਾਤੀ ਤੇ ਜੈਜਾਵੰਤੀ। ਅੱਛਾ, ਇਹ ਰਾਗ ਹੈ ਹੀ ਨਹੀਂ ਤਾਂ ਫਿਰ ਰਾਗਮਾਲਾ ਕਿੱਦਾਂ ਹੋਗੀ ਜੀ? ਰਾਗਮਾਲਾ ਨਾ ਤਾਂ ਠੀਕ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਰਾਗਮਾਲਾ ਤਾਂ ਨਹੀਂ ਹੈ। ਅੱਛਾ, ਫਿਰ ਹੋਰ ਦੇਖੋ, ਉਹ 'ਚ ਰਾਗਮਾਲਾ 'ਚ ਅਖੀਰ 'ਚ ਜਦੋਂ ਤੁਸੀਂ ਪੜ੍ਹਦੇ ਆ ਤਾਂ ਉੱਥੇ ਜਦੋਂ ਅਸੀਂ ਪੜ੍ਹਦੇ ਲਾਸਟ ਲਾਈਨ ਤੇ ਜਾਂਦੇ ਆ, ਉੱਥੇ ਦੇਖੋ ਕੀ ਲਿਖਿਆ ਜੀ, ਉਹ ਵੀ ਮੈਂ ਤੁਹਾਨੂੰ ਦੱਸਦਾ। ਖਸ਼ਟ ਰਾਗ ਓਨ ਗਾਏ, ਸੰਗ ਰਾਗਨੀ 30, ਸਭੈ ਪੁੱਤਰ ਰਾਗਨ ਕੇ 18 10 20। ਖਸ਼ਟ ਕੀ ਆ? 6। ਉਹਨਾਂ ਕਿਹਨਾਂ ਨੇ? 6 ਰਾਗਾਂ ਨੇ। ਇਹ 6 ਰਾਗ ਕਿਹੜੀ ਹੈ ਜੀ ਰਾਗਮਾਲਾ 'ਚ? ਭੈਰੋਂ, ਮਾਲਕੌਸ, ਹਿੰਡੋਲ, ਦੀਪਕ, ਸ੍ਰੀ ਰਾਗ ਤੇ ਮੇਘ। ਅੱਛਾ, ਹੁਣ ਇਹਦੀਆਂ ਅੱਗੇ 5 ਰਾਗਣੀਆਂ ਜੀ, 6 ਰਾਗਾਂ ਦੀਆਂ 5-5 ਤੇ ਉਹ 6 ਰਾਗਣੀਆਂ ਹੋ ਗਈਆਂ ਤਾਂ 6 ਰਾਗਾਂ ਦੀਆਂ 5 ਰਾਗਣੀਆਂ ਹੋ ਗਈਆਂ ਤਾਂ 6 5 ਹੋ ਗਈ 30। ਤੇ ਹਰੇਕ ਰਾਗ ਦੇ 8 ਪੁੱਤਰ ਆ। ਮਿਸਾਲ ਦੇ ਤੌਰ ਤੇ ਜਿਹੜਾ ਇੱਕ ਰਾਗ ਅਸੀਂ ਲੈਂਦੇ, ਚਲੋ ਨਾ ਡਿਟੇਲ 'ਚ ਨਹੀਂ ਜਾਂਦਾ ਮੈਂ, ਮੇਘ ਰਾਗ ਜਿਹੜਾ ਤੁਹਾਨੂੰ ਦੱਸਿਆ ਵੀ ਮੇਘ ਰਾਗ ਰਾਗਮਾਲਾ 'ਚ ਹੈ, ਤਾਂ ਉਹ ਲਿਖਿਆ ਆ ਕਿ ਕਿਹੜੇ ਕਿਹੜੇ ਪੁੱਤਰ ਆ ਜੀ? ਬੈਰਾਧਰ, ਗਾਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸ਼ੰਕਰ, ਸ਼ਿਆਮਾ। ਤੇ ਅੱਗੇ ਸਪਸ਼ਟ ਲਿਖਿਆ ਆ ਮੇਘ ਰਾਗ ਪੁੱਤਰਨ ਕੇ ਨਾਮਾ। ਇਹ ਜਿਹੜੇ 8 ਨਾਂ ਲਏ ਆ, ਮੈਂ ਪੜ੍ਹੇ ਆ, ਇਹ ਮੇਘ ਰਾਗ ਦੇ ਪੁੱਤਰ। ਤੇ ਉਹ ਰਾਗਮਾਲਾ ਕਹਿੰਦੀ ਜੀ ਵੀ ਹਰੇਕ ਰਾਗ ਦੇ 8-8 ਪੁੱਤਰ ਆ। ਤੇ ਅੱਛਾ ਜੀ, ਹੁਣ 5 ਰਾਗਣੀਆਂ, ਬੈਰਾਰੀ, ਕਰਨਾਟੀ, ਗਵਰੀ, ਆਸਾਵਰੀ, ਸਿੰਧਵੀ, 5 ਰਾਗਣੀਆਂ ਹੋ ਗਈਆਂ। ਤੇ ਹੁਣ ਮੰਨ ਲਓ ਸ੍ਰੀ ਰਾਗ ਸਮਝ ਲਓ, ਸ੍ਰੀ ਰਾਗ ਦੇ ਵੀ ਜੀ 8 ਪੁੱਤਰ। ਉਹ ਕਿੱਥੇ ਲਿਖਿਆ ਹੈ? ਪੜ੍ਹ ਲਓ। ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ। 8 ਹੋ ਗਏ ਜੀ। ਹਰੇਕ ਰਾਗ ਦੇ ਜਿਹੜੇ ਪਹਿਲਾਂ ਦੱਸਿਆ ਵੀ 6 ਰਾਗ ਆ, ਭੈਰੋਂ, ਮਾਲਕੌਸ, ਹਿੰਡੋਲ, ਦੀਪਕ, ਸ੍ਰੀ ਰਾਗ, ਮੇਘ। ਇਹਨਾਂ ਦੀਆਂ 5 ਰਾਗਣੀਆਂ। 5 ਰਾਗਣੀਆਂ ਕਿਹੜੀਆਂ? ਬੈਰਾਰੀ, ਕਰਨਾਟੀ, ਗਵਰੀ, ਆਸਾਵਰੀ, ਸਿੰਧਵੀ। ਤੇ ਇਹਨਾਂ ਦੇ 8-8 ਪੁੱਤਰ। ਤੇ 6 ਤਾਂ 50 30।
ਤੇ 6 ਰਾਗਾਂ ਦੇ ਕੁੱਲ ਪੁੱਤਰ ਹੋ ਗਏ ਕਿੰਨੇ ਜੀ? 48। ਹੁਣ ਤੁਸੀਂ ਘਰ ਜੋੜ ਕਰਕੇ ਦੇਖ ਲਓ। 6 ਤਾਂ 30, 36 ਤੇ 36 ਦੇ ਵਿੱਚ 48 ਜਮ੍ਹਾਂ ਕਰੀਏ, ਕੀ ਹੋਇਆ ਜੀ? 84। ਅੱਛਾ, ਹੁਣ 84 ਹੋ ਗਿਆ ਟੋਟਲ। ਅਖੀਰਲੀ ਲਾਈਨ 'ਚ ਇਹੀ ਲਿਖਿਆ ਵੀ ਖਸ਼ਟ ਰਾਗ ਉਨ ਗਾਏ। ਉਹਨਾਂ ਰਾਗਾਂ ਨੇ 6 ਰਾਗਾਂ ਨੇ 30 ਰਾਗਣੀਆਂ ਦੇ ਨਾਲ ਗਾਏ। ਸਭੇ ਪੁੱਤਰ ਰਾਗਨ ਕੇ 18, 10, 20। ਹੁਣ ਇਹ 84 ਜੋੜ ਬਣ ਗਿਆ ਜੀ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਆ। ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰ ਲਓ। ਸ੍ਰੀ ਰਾਗ ਮਾਝ, ਗੌੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨੱਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋਂ, ਬਸੰਤ, ਸਾਰੰਗ, ਮਲਹਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਵੰਤੀ। ਹੁਣ ਇਹਦੇ ਨਾਲ ਮਿਸ਼ਰਨ ਰਾਗ ਵੀ ਹੈਗੇ ਆ 31 ਤੋਂ ਬਿਨਾਂ, ਜਿਹੜੇ ਉਹਨਾਂ ਨਾਲ ਰਲਾ ਕੇ ਗਾਉਣ ਦੀ ਹਦਾਇਤ ਆ ਗੁਰੂ ਅਰਜਨ ਸਾਹਿਬ ਜੀ ਵੱਲੋਂ। 6 ਉਹ ਆ ਲਲਿਤ, ਆਸਾਵਰੀ, ਹਿੰਡੋਲ, ਭੋਪਾਲੀ, ਬਫਾਸ, ਕਾਫੀ। ਹੁਣ ਟੋਟਲ ਅਸੀਂ ਗਿਣੀਏ ਤਾਂ 37 ਬਣੇ ਆ। ਇਹ 84 ਕਿੱਧਰੋਂ ਟੋਟਲ ਹੋ ਗਿਆ ਜੀ? ਚਲੋ ਉਹ ਤਾਂ ਅਸੀਂ ਫੈਸਲਾ ਨਹੀਂ ਕਰ ਸਕੇ, ਇਹ ਤਾਂ ਲਿਖ ਦਿੱਤਾ ਰਹਿਤ ਮਰਿਆਦਾ 'ਚ। ਰਾਗ ਮਾਲਾ ਬਗੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਈ ਛਾਪਣ ਦਾ ਹੀਆ ਨਾ ਕਰੇ। ਇਹ ਕਦੋਂ ਦਾ ਲਿਖਿਆ ਜੀ? ਜਦੋਂ ਤੋਂ ਰਹਿਤ ਮਰਿਆਦਾ ਬਣੀ ਆ। ਅਸੀਂ ਫੈਸਲਾ ਲੈ ਲਿਆ ਇਹਦੇ ਬਾਰੇ? ਨਾ। ਤੇ ਫਿਰ ਆਹ ਹੋਰ ਜਿਹੜੇ ਹੈਗੇ ਆ ਕੈਲੰਡਰਾਂ ਦਾ ਕੋਈ ਐਸਾ ਕੋਈ ਇੱਕ ਵੀ ਦੱਸ ਦਿਓ ਜਿਹੜਾ ਮਸਲਾ ਸਾਡੀ ਕੌਮ ਨੇ ਹੱਲ ਕੀਤਾ ਹੋਵੇ। ਬਸ ਇੰਨੀ ਕੁ ਖੁਸ਼ੀ ਹੈਗੀ ਆ, ਮਾੜਾ ਜਿਹਾ ਕੋ ਕਹਿ ਦਿੰਦਾ ਵੀ ਬੱਲੇ ਬੱਲੇ ਜੀ, ਸਿੱਖ ਤਾਂ ਬੜੀ ਬਹਾਦਰ ਕੌਮ ਆ, ਅਸੀਂ ਬਸ ਫੁੱਲ ਕੇ ਕੁੱਪਾ ਹੋ ਜਾਂਦੇ ਹਾਂ। ਭਾਵ ਗੁਬਾਰੇ ਵਾਂਗੂ, ਭੂੰਗੜੇ ਵਾਂਗੂ ਬਸ ਇੱਦਾਂ ਫੈਲਦੇ ਆ ਵੀ ਸਾਡੇ ਵਰਗਾ ਤਾਂ ਬੰਦਾ ਹੀ ਹੈ ਨਹੀਂ ਕੋਈ ਦੁਨੀਆ 'ਚ। ਤੇ ਸਾਡੀ ਜਿਹੜੀ ਪ੍ਰਾਪਤੀ ਕੁਛ ਨਹੀਂ। ਹੁਣ ਦੇਖੋ ਨਾ, ਅਸੀਂ ਜੇਕਰ ਹੋਰ ਤਾਂ ਕਰਨ ਦੀ ਗੱਲ ਵੀ ਅਸੀਂ ਬੜੇ ਧਿਆਨ ਨਾਲ ਜਿਹੜੀ ਗੁਰੂ ਸਾਹਿਬ ਜੀ ਦੇ ਬਾਰੇ ਹੁਣ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ, ਬੇਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਤੇ ਹੁਣ ਆਮ ਜਿਹੜਾ ਵਿਅਕਤੀ ਸੁਣਦਾ ਉਹਨੂੰ ਤਾਂ ਇਹੀ ਮਹਿਸੂਸ ਹੋਣਾ ਵੀ ਇਹ ਜੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਪੰਨੇ ਤੇ ਆ। ਉਹਨੂੰ ਤਾਂ ਮੇਰੇ ਵਰਗੇ ਨੂੰ ਇਹੀ ਪੁੱਛਣਾ ਪਰ ਭਾਈ ਸਾਹਿਬ ਜੀ ਇਹ ਕਿੰਨੇ ਪੰਨੇ ਤੇ ਆ। ਲਓ ਜੀ, ਮੇਰੇ ਕੋਲ ਹੈ ਕੋਈ ਜਵਾਬ? ਜੇ ਮੈਂ ਕਹਿੰਦਾ ਇਹ ਜੀ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ, ਤਾਂ ਫਿਰ ਮੋਹਰਿਓਂ ਅਗਲਾ ਕਹਿੰਦਾ ਵੀ ਇਹ ਫਿਰ ਪੜ੍ਹਦੇ ਉੱਥੇ ਕਾਹਤੇ ਆ। ਲਓ ਜੀ, ਮੈਂ ਕੀ ਜਵਾਬ ਦੇਵਾਂ ਉਹਦਾ? ਉਹ ਜਿਹੜੇ ਧੂਤੇ ਬੈਠੇ ਆ ਉਹਨਾਂ ਦਾ ਇੱਕੋ ਹੀ ਹੈ, ਇੱਕ ਚੁੱਪ 100 ਸੁੱਖ। ਸਾਨੂੰ ਕੀ ਲੋੜ ਆ ਜੀ, ਲੜੀ ਜਾਣ ਮਰੀ ਜਾਣ, ਸਾਨੂੰ ਕੀ ਲੋੜ ਆ। ਹੁਣ ਆਪਾਂ ਆਈਏ ਉਸ ਪੁਆਇੰਟ ਤੇ ਬਈ ਜੇ ਇਹ ਜਿਹੜੀਆਂ ਲਾਈਨਾਂ ਹੈਗੀਆਂ, ਮੁਰ ਪਿਤ ਪੂਰਬ ਕੀਸ ਪਿਆਨਾ, ਮੇਰੇ ਪਿਤਾ ਜੀ ਨੇ, ਜਿਹੜੇ ਮਾਤਾ ਪਿਤਾ ਨੇ, ਪੂਰਬ ਵਾਲੇ ਪਾਸੇ ਨੂੰ ਯਾਤਰਾ ਸ਼ੁਰੂ ਕੀਤੀ। ਭਾਂਤ ਭਾਂਤ ਕੇ ਤੀਰਥ ਨਾਨਾ,
ਤੇ ਰਸਤੇ 'ਚ ਹਰੇਕ ਤੀਰਥ ਅਸਥਾਨ ਤੇ ਉਹਨਾਂ ਨੇ ਇਸ਼ਨਾਨ ਕੀਤੇ, ਪੁੰਨਦਾਨ ਕੀਤਾ, ਸਾਰਾ ਕੁਛ ਕਰਮ ਕਾਂਡੀ ਜੋ ਵੀ ਕਿਰਿਆ ਸੀ ਉਹ ਕੀਤੀ। ਜਬ ਹੀ ਜਾਂਤ ਤ੍ਰਿਵੇਣੀ ਪਏ, ਤੇ ਜਿੱਥੇ ਗੰਗਾ ਜਮਨਾ ਸਰਸਵਤੀ ਇਕੱਠੇ ਹੁੰਦੇ ਤਿੰਨ ਦਰਿਆ, ਉਹ ਤ੍ਰਿਵੇਣੀ ਉੱਥੇ ਪਹੁੰਚੇ ਜੀ। ਫਿਰ ਪੁੰਨਦਾਨ ਦਿਨ ਕਰਤੱਵ ਹੈ, ਉੱਥੇ ਵੀ ਮਤਲਬ ਉਹਨਾਂ ਨੇ ਕਾਫੀ ਪੁੰਨਦਾਨ ਕੀਤਾ ਜੀ। ਕੀ ਨਹੀਂ ਕੀਤਾ? ਹੁਣ ਦੇਖੋ ਨਾ, ਮਾਤਾ ਪਿਤਾ ਦੋਨੋਂ ਹੀ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਮਾਤਾ ਗੁਜਰੀ ਜੀ। ਉੱਥੇ ਤੇਹੀ ਪ੍ਰਕਾਸ਼ ਹਮਾਰਾ ਪਹਿਓ, ਉੱਥੇ ਸਾਡਾ ਪ੍ਰਕਾਸ਼ ਹੋਇਆ। ਉਦੋਂ ਪਟਨਾ ਸ਼ਹਿਰ ਵਿਖੇ ਭਵ ਲਿਓ। ਤੇ ਪਟਨਾ ਸ਼ਹਿਰ ਦੇ ਵਿੱਚ, ਜਿਹਨੂੰ ਪਟਨਾ ਸ਼ਹਿਰ ਕਿਹਾ ਜਾਂਦਾ, ਉੱਥੇ ਸਾਡਾ ਪ੍ਰਕਾਸ਼ ਹੋਇਆ, ਸਾਡਾ ਜਨਮ ਹੋਇਆ। ਫਿਰ ਨਾਲ ਹੁਣ ਜੇ ਤਾਂ ਇੰਨੀ ਗੱਲ ਕਹਿੰਦੇ ਅਸੀਂ ਤਾਂ ਕਹਿ ਸਕਦੇ ਸੀ ਵੀ ਦੇਖੋ ਕਿਸੇ ਨੇ ਕਵੀ ਨੇ ਲਿਖੀ ਹੈ, ਠੀਕ ਹੈ, ਉਹਦੇ ਆਪਣੇ ਵਿਚਾਰ ਹੈ, ਕੋਈ ਐਸੀ ਗੱਲ ਨਹੀਂ। ਪਰ ਨਾ, ਸਵਾਲ ਤਾਂ ਉਦੋਂ ਬਰਾਬਰ ਹੁੰਦੇ ਜਦੋਂ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਮ ਜੋੜਦੇ ਹਾਂ। ਇਹ ਮਾਫ਼ ਕਰਨਾ, ਹੋਰ ਨਹੀਂ, ਹੋਰ ਵੀ ਸਾਡੇ ਪ੍ਰਚਾਰ 'ਚ ਬੜੀ ਇੱਦਾਂ ਦੀ ਚੀਜ਼ ਹੈ ਜਿਹੜੀ ਗੱਲ ਅਸੀਂ ਝੂਠੀ ਨੂੰ ਸੱਚੀ ਸਿੱਧ ਕਰਨਾ ਹੋਵੇ ਨਾ, ਉੱਥੇ ਕਹਿੰਦੇ ਸਾਖੀ ਸੁਣਾ ਨਹੀਂ। ਇੱਕ ਵਾਰੀ ਦੀ ਜੀ ਗੱਲ ਹੈ, ਗੁਰੂ ਸਾਹਿਬ ਜੀ ਜਾ ਰਹੇ ਸਨ। ਕਿੱਥੇ ਜਾ ਰਹੇ ਸਨ? ਕਦੀ ਕਿਸੇ ਪ੍ਰਚਾਰਕ ਨੇ ਨਹੀਂ ਦੱਸਿਆ ਕਿਹੜੇ ਇਲਾਕੇ 'ਚ ਜਾ ਰਹੇ ਸੀ। ਇਲਾਕਾ ਤਾਂ ਦੱਸ ਦੂਗਾ ਜੀ, ਉਹ ਜੀ ਆਪਣੇ ਰੇਗਿਸਤਾਨ 'ਚ ਜਾ ਰਹੇ ਸੀ। ਕਿਹੜੇ ਰੇਗਿਸਤਾਨ 'ਚ ਜਾ ਰਹੇ ਸੀ? ਅਰਬ ਕੰਟਰੀ ਦੇ ਕਿ ਰਾਜਸਥਾਨ 'ਚ ਜਾ ਰਹੇ ਸੀ? ਕੁਛ ਨਹੀਂ ਪਤਾ। ਆ ਸਾਡਾ ਪ੍ਰਚਾਰ ਆ, ਦੇਖ ਲਓ। ਹੁਣ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਵੀ ਇੱਦਾਂ ਦੀਆਂ ਗੱਲਾਂ ਸਾਡੇ ਜਿਹੜੇ ਸ਼ਹੀਦਾਂ ਸਿੰਘਾਂ ਨੂੰ ਸੁਣਾਈਆਂ ਹੁੰਦੀਆਂ ਤੇ ਜ਼ਰੂਰੀ ਸ਼ਹੀਦੀ ਦੇਣ ਦੇ। ਉਹਨਾਂ ਨੇ ਤਾਂ ਕਹਿਣਾ ਸੀ ਵੀ ਇਹ ਜਿਹੜੇ ਗੱਪੀ ਆ, ਅਸੀਂ ਇਹਨਾਂ ਗੱਪੀਆਂ ਦੀ ਖਾਤਰ ਕਿਉਂ ਸ਼ਹੀਦੀ ਦੇਣੀ। ਪਰ ਉਹਨਾਂ ਨੇ ਇੱਕ ਗੱਲ ਰੱਖੀ ਆ, ਹੋ ਸਕਦਾ ਉਹਨਾਂ ਨੇ ਵੀ ਸੁਣੀਆਂ ਹੋਣ ਇੱਦਾਂ ਦੀਆਂ ਸਾਖੀਆਂ, ਪਰ ਉਹਨਾਂ ਨੇ ਕਿਹਾ ਵੀ ਜੋ ਮਰਜ਼ੀ ਬੋਲੀ ਜਾਓ, ਅਸੀਂ ਸੁਣਨੀ ਗੁਰੂ ਦੀ ਆ। ਬਸ ਇੱਥੇ ਨੁਕਤਾ ਆ, ਹੋਰ ਕੁਛ ਨਹੀਂ। ਕਿਸੇ ਨੂੰ ਬੋਲਣੋਂ ਨਹੀਂ ਰੋਕ ਸਕਦੇ ਤੁਸੀਂ, ਇਹ ਤਾਂ ਹੱਕ ਆ ਬੋਲਣ ਦਾ। ਪਰ ਅਸੀਂ ਮੰਨਣਾ ਕੀ ਆ? ਜੋ ਗੁਰੂ ਕਹੋ, ਜੋ ਗੁਰੂ ਕਹੋ ਸੋਈ ਭਲ ਮਾਨਿਓ। ਅੱਛਾ, ਹੁਣ ਇਹ ਦੇਖੋ ਬਈ, ਤੇ ਗੁਰੂ ਸਾਹਿਬ ਜੀ 1426 ਅੰਕ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿੰਦੇ ਨੇ? ਉਹ ਕਹਿੰਦੇ ਨੇ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਂਤ ਤੇ ਜਿਉ ਕੁੰਚਰ ਇਸ਼ਨਾਨ। ਹੁਣ ਤੁਸੀਂ ਦੇਖੋ ਬਈ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿੰਦੇ ਆ ਤਾਂ ਫਿਰ ਕਿਹੜੀ ਗੱਲ ਸੱਚੀ ਜੀ? ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਆ ਕਿ ਇਹ ਬਚਿੱਤਰ ਨਾਟਕ ਦੀ ਸੱਚੀ ਆ? ਦੇਖੋ ਨਾ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸ਼ਲੋਕ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ। ਇਹ ਤੋਂ ਤਾਂ ਆਪਾਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਨਹੀਂ ਜੀ ਨਹੀਂ ਦਰਜ ਹੈ। ਪਰ ਅਸਲੀਅਤ ਕੀ ਆ? ਕਿਉਂਕਿ ਅਸਲੀਅਤ ਵਿਚਾਰਧਾਰਾ ਨੂੰ ਸਮਝਣ ਨਾਲ ਹੀ ਪਤਾ ਲੱਗਦੀ ਹੈ ਕਿ ਗੁਰਬਾਣੀ ਸਾਨੂੰ ਇਹਨਾਂ ਸਾਰੇ ਬ੍ਰਾਹਮਣੀ ਕਰਮ ਕਾਂਡਾਂ, ਜਿਨ੍ਹਾਂ ਦੇ ਬਾਰੇ ਇਸ ਬਚਿੱਤਰ ਨਾਟਕ ਦੇ ਭਾਗ 7ਵੇਂ ਵਿੱਚੋਂ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਉਹ 'ਚ ਲਿਖਿਆ ਹੈ, ਇਹਨਾਂ ਨੂੰ ਨਹੀਂ ਮੰਨਦੀ। ਇਹਨਾਂ ਨੂੰ ਫੋਕਟ ਹੋਣਾ ਦੱਸ ਰਹੀ ਹੈ। ਇਹ ਠੀਕ ਹੈ ਕਿ ਪਹਿਲੇ, ਤੀਜੇ ਤੇ 9ਵੇਂ ਪਾਤਸ਼ਾਹ ਤ੍ਰਿਵੇਣੀ ਤੇ ਹੋਰ ਹਿੰਦੂ ਤੀਰਥਾਂ ਤੇ ਗਏ। ਅਸੀਂ ਨਹੀਂ ਕਹਿੰਦੇ ਵੀ ਨਹੀਂ ਗਏ, ਗਏ। ਪਰ ਉਹਨਾਂ ਦਾ ਮਨੋਰਥ ਕੀ ਸੀ? ਉਹ ਵੀ 116 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਸਪਸ਼ਟ ਕੀਤਾ ਗਿਆ। ਉਹ ਵੀ ਮੈਂ ਸਾਂਝਾ ਕਰ ਦਿੰਦਾ।
ਹੁਣ ਉੱਥੇ 116 ਅੰਕ ਤੇ ਕੀ ਲਿਖਿਆ ਜੀ? ਉੱਥੇ ਸਪਸ਼ਟ ਹੈ ਕਿ ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ। ਇੱਕ ਵਾਰੀ ਫਿਰ ਪੜ੍ਹ ਦਵਾਂ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ। ਬਈ ਤੀਰਥ ਜਾਂ ਹੋਰ ਜੋ ਕੁਛ ਵੀ ਹੈ, ਇਹ ਸਾਰਾ ਕੁਛ ਸਤਿਗੁਰੂ ਜੀ ਨੇ ਕੀਤਾ। ਤੀਰਥਾਂ ਤੇ ਗਏ ਪਰ ਯਾਤਰਾ ਕਰਨ ਨਹੀਂ ਗਏ। ਤੇ ਉੱਥੇ ਜਾ ਕੇ ਸਤਿਗੁਰੂ ਜੀ ਨੇ ਕੀ ਕੀਤਾ ਕਿ ਲੋਕਾਂ ਦਾ ਉਧਾਰ ਕਰਨ ਲਈ, ਲੋਕਾਂ ਨੂੰ ਕਰਮ ਕਾਂਡਾਂ ਵਿੱਚੋਂ ਕੱਢਣ ਲਈ, ਭਾਵ ਲੋਕਾਈ ਦੇ ਉਧਾਰ ਵਾਸਤੇ ਗੁਰੂ ਸਾਹਿਬ ਜੀ ਮਹਾਰਾਜ ਤੀਰਥਾਂ ਤੇ ਗਏ। ਕਿਉਂਕਿ ਉਹਨਾਂ ਦਾ ਮਨੋਰਥ ਕੀ ਸੀ? ਗੁਰੂ ਸਾਹਿਬ ਜੀ ਦਾ ਵੱਡੇ ਵੱਡੇ ਇਕੱਠਾਂ ਸਮੇਂ ਭੁੱਲੇ ਭਟਕੇ ਵਹਿਮਾਂ ਭਰਮਾਂ ਤੇ ਬ੍ਰਾਹਮਣੀ ਜੋੜੇ 'ਚ ਫਸੇ ਅਗਿਆਨੀ ਲੋਕਾਂ ਨੂੰ ਸੁਚੇਤ ਕਰਨਾ। ਤੇ ਹੁਣ ਹੋਰ ਦੇਖੋ ਤੀਰਥੀ ਇਸ਼ਨਾਨ ਬਾਰੇ 558 ਅੰਕ ਤੇ ਅਸੀਂ ਜੇ ਦਰਸ਼ਨ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਤਾਂ ਉੱਥੇ ਲਾਈਨਾਂ ਜੀ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਈ। ਇਹ ਹੈਡਿੰਗ ਆ ਸ਼ਬਦ ਦਾ। ਵਡਹੰਸ ਮਹਲਾ ਤੀਜਾ, ਘਰ ਪਹਿਲਾ, ਇੱਕ ਓਂਕਾਰ ਸਤ ਗੁਰ ਪ੍ਰਸਾਦ, 558 ਅੰਕ ਤੇ ਹੁਣ ਇਸ ਸ਼ਬਦ ਦੇ ਵਿੱਚ ਦ੍ਰਿੜਾਇਆ ਕੀ ਹੈ ਗੁਰੂ ਨੇ? ਜਪ ਮਨ ਮੇਰੇ ਤੂੰ ਏਕੋ ਨਾਮ। ਤਾਂ ਜੀ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਆ? ਨਾਮ ਜਪੋ, ਨਾਮ ਜਪਣਾ ਇੱਕ ਸਾਨੂੰ ਦੱਸਿਆ ਪਹਿਲਾਂ। ਤੇ ਹੁਣ ਇੱਥੇ ਗੁਰੂ ਸਾਹਿਬ ਤੀਸਰੀ ਜੋਤ ਵਿੱਚ ਇਹੀ ਸਪਸ਼ਟ ਕਰ ਰਹੇ ਨੇ, ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਹ ਕੋ ਇਹੋ ਨਿਧਾਨ। ਹੇ ਮੇਰੇ ਮਨ, ਸਿਰਫ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ, ਕਿਉਂਕਿ ਇਹ ਨਾਮ ਦਾ ਖਜ਼ਾਨਾ ਮੈਨੂੰ ਗੁਰੂ ਨੇ ਬਖਸ਼ਿਆ। ਤੇ ਹੁਣ ਉੱਥੇ ਪਹਿਲੀ ਗੱਲ ਸਪਸ਼ਟ ਦੱਸਦੀ, ਮਨ ਮੈਲਾ ਸਭ ਕੁਛ ਮੈਲਾ। ਵੀ ਜੇ ਮਨੁੱਖ ਦਾ ਮਨ ਜਿਹੜਾ ਹੈ ਉਹ ਵਿਕਾਰਾਂ ਦੀ ਮੈਲ ਨਾਲ ਭਰਿਆ ਰਹੇ ਤਾਂ ਸਾਰਾ ਕੁਛ ਮੈਲਾ ਤੇ ਸਾਰਾ ਵਿਕਾਰੇ ਕਰੂਗਾ। ਤਨ ਧੋਤੇ ਮਨ ਹੱਛਾ ਨਾ ਹੋਏ। ਤੇ ਸਰੀਰ ਨੂੰ ਇਸ਼ਨਾਨ ਕਰਾਉਣ ਦੇ ਨਾਲ ਮਨ ਪਵਿੱਤਰ ਨਹੀਂ ਹੋ ਸਕਦਾ। ਇਹ ਜਗਤ ਭਰਮ ਭੁਲਾਇਆ, ਸਾਨੂੰ ਵੀ ਇਹੀ ਭਰਮਾਂ 'ਚ ਪਾਇਆ, ਪਰ ਸਾਨੂੰ ਭਰਮ ਭੁਲੇਖੇ 'ਚ ਕੀ ਪਾਇਆ ਕਿ ਇਸ਼ਨਾਨ ਕਰਨਾ। ਹੁਣ ਅੱਜ ਜਾਂ ਕੱਲ੍ਹ ਨੂੰ ਉੱਥੇ ਮੁਕਤਸਰ ਸਾਹਿਬ ਵਿਖੇ ਜਾ ਕੇ ਸਾਡਿਆਂ ਬੰਦਿਆਂ ਨੇ ਇਸ਼ਨਾਨ ਕਰਨਾ। ਘਰ ਦਾ ਇਸ਼ਨਾਨ ਕੀਤਾ ਉਹ ਪ੍ਰਵਾਨ ਨਹੀਂ, ਦੱਸੋ ਤਾਂ। ਅਜੇ ਤੱਕ ਸਿੱਖ ਨੂੰ ਇਹ ਸਮਝ ਨਹੀਂ ਲੱਗੀ ਵੀ ਜਿਹੜਾ ਉੱਥੇ ਪਾਣੀ ਆ ਉਹ ਵੀ ਪਾਣੀ ਇਹੀ ਆ। ਹੁਣ ਮੈਨੂੰ ਕਈ ਵਾਰੀ ਸਵਾਲ ਪੁੱਛਦੇ, ਜੇ ਜੀ ਇਹੀ ਗੱਲ ਹੈ ਤੇ ਖੰਡੇ ਬਾਟੇ ਦੀ ਪੌਲ ਕਿੱਦਾਂ ਹੋ ਗਈ? ਮੈਂ ਕਿਹਾ ਸਵਾਲ ਤੇ ਇਹ ਆ ਵੀ ਖੰਡੇ ਬਾਟੇ ਦੀ ਜਿਹੜੀ ਪੌਲ ਆ ਤਿਆਰ ਕੀਤੀ ਜਾਂਦੀ ਆ ਤੇ ਉਹ ਪੰਜਾਂ ਸਿੰਘਾਂ ਦੀਆਂ ਜਿਹੜੀਆਂ ਨਜ਼ਰਾਂ ਆ ਉਹ ਗੱਡੀਆਂ ਹੁੰਦੀਆਂ ਉਹਦੇ ਵਿੱਚ,
ਭਾਵ ਉਹਨਾਂ ਦਾ ਅਸਰ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਉਹਦੇ ਵਿੱਚ ਜਾਂਦੀ ਹੈ। ਤਾਂ ਹੀ ਜੇ ਅੱਜ ਕੱਲ੍ਹ ਅਸਰ ਨਹੀਂ ਹੁੰਦਾ ਤਾਂ ਸਿੱਧਾ ਵੀ ਅਸੀਂ ਮਾਫ਼ ਕਰਨਾ ਮੇਰੇ ਲਫ਼ਜ਼ ਕੋੜੇ ਪਤਾਸਿਆਂ ਦਾ ਪਾਣੀ ਪਿਲਾ ਰਹੇ ਲੋਕਾਂ ਨੂੰ, ਕਿਉਂਕਿ ਬਾਣੀ ਤਾਂ ਪੜ੍ਹਨ ਹੈਰਾਨੀ ਹੈ। ਦੇਖੋ ਨਾ, ਬਾਣੀ ਚੇਤੇ ਨਹੀਂ, ਨਾ ਬਾਣੀ ਅਸੀਂ ਉਹਦੀ ਕਮਾਈ ਕੀਤੀ ਹੈ, ਨਾ ਸਾਡੇ ਕਰਮ ਉੱਦਾਂ ਦੇ ਬਾਣੀ ਦੇ ਅਨੁਸਾਰ। ਜਦ ਸਾਨੂੰ ਇਹੀ ਨਹੀਂ ਪਤਾ ਵੀ 5 ਸਿੰਘ ਲੈਣੇ ਕਿਹੜੇ ਆ, ਉਹ ਕਮਾਈ ਵਾਲੇ ਕੌਣ ਆ? ਜਿਨ੍ਹਾਂ ਨੇ ਗੁਰਬਾਣੀ ਨੂੰ ਆਧਾਰ ਬਣਾਇਆ। ਗੁਰਬਾਣੀ ਆਧਾਰ ਹੈ, ਮੈਂ ਗੁਰਬਾਣੀ ਆਧਾਰ ਹੈ, ਮੈਂ ਗੁਰਬਾਣੀ ਲਾਗ ਰਹਾ ਹੂੰ। ਹੁਣ ਦੇਖੋ ਨਾ, ਇਹ ਸਪਸ਼ਟ ਕਰ ਦਿੱਤਾ ਪਾਤਸ਼ਾਹ ਨੇ 558 ਅੰਕ ਤੇ। ਅੱਛਾ, ਹੋਰ ਦੇਖੋ 473 ਅੰਕ ਤੇ ਹੋਰ ਲਾਈਨਾਂ ਜੀ, ਉਹ ਵੀ ਸਾਂਝੀਆਂ ਕਰ ਦਿੰਦਾ। ਉਹ ਕੀ ਆ? 473 ਅੰਕ ਤੇ ਪਾਤਸ਼ਾਹ ਕਹਿੰਦੇ ਨੇ ਕਿ 68 ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ। ਇਹ ਜਿਹੜਾ 20ਵੀਂ ਪੌੜੀ ਆ, ਆਸਾ ਜੋ ਆਸਾ ਦੀ ਵਾਰ ਅਸੀਂ ਕਹਿੰਦੇ ਹਾਂ, ਪਹਿਲਾ ਸ਼ਲੋਕ ਸ਼ੁਰੂ ਹੁੰਦਾ ਉਹਨਾਂ ਦਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਏ, ਮੋਹ ਤੁਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ, ਪਾਣਾ ਲਹਿ ਸਜਾਏ। ਹੁਣ ਇਹ ਜਿਹੜਾ ਦੂਸਰਾ ਸ਼ਲੋਕ ਆਉਂਦਾ, ਉਹਦੀ ਦੂਜੀ ਤੁਕ ਆ। ਹੁਣ ਉਹਦੀ ਪਹਿਲੀ ਤੁਕ ਕੀ ਹੈ? ਅੰਦਰੋਂ ਝੂਠੇ ਪੈਜ, ਬਾਹਰ ਦੁਨੀਆ ਅੰਦਰ ਫੈਲ। ਪੈਜ ਕੀ ਹੈ? ਪਾਜ ਕੀ ਹੈ? ਵਿਖਾਵੇ ਦੀ ਇੱਜ਼ਤ। ਫੈਲ ਕੀ ਆ? ਫੈਲਸੂਫੀ ਕੀ ਹੈ? ਦਿਖਾਵਾ। ਇਹ ਹੁਣ ਤਾਂ ਲਫ਼ਜ਼ ਹੀ ਸਾਡੀ ਬੋਲੀ ਚੋਂ ਨਿਕਲ ਗਏ। ਅੱਗੇ ਜਿਹੜਾ ਦਿਖਾਵਾ ਕਰਦਾ ਬੜਾ ਫੈਸ਼ਨ, ਜਦ ਕਹਿੰਦੇ ਬੜੀਆਂ ਫੈਲਸੂਫੀਆਂ ਕਰਦਾ ਫਿਰਦਾ ਹੈ, ਇਹਦਾ ਪੜ੍ਹਾਈ ਵਾਲੇ ਪਾਸੇ ਨਹੀਂ ਧਿਆਨ ਹੈ। ਹੁਣ ਦੂਜੀ ਤੁਕ ਹੈ 68 ਤੀਰਥ ਜੇ ਨਹਾਵੈ ਉਤਰੇ ਨਾਹੀ ਮੈਲ। ਕਿਉਂਕਿ ਬ੍ਰਾਹਮਣ ਕਹਿ ਰਿਹਾ ਵੀ 68 ਤੀਰਥਾਂ ਦੇ ਇਸ਼ਨਾਨ ਕਰੇ ਸਾਰੀ ਉਹਦੀ ਮੈਲ ਲੈ ਜੂ। ਤਾਂ ਗੁਰੂ ਸਾਹਿਬ ਕਹਿੰਦੇ ਜੇ ਨਹਾ ਵੀ ਲਵੇ ਉਹ, ਜਿਹੜਾ ਅੰਦਰੋਂ ਝੂਠਾ ਆ, ਬਾਹਰੋਂ ਦਿਖਾਵਾ ਕਰ ਰਿਹਾ। ਹੁਣ ਇੱਥੋਂ ਸਵਾਲ ਕੀ ਪੈਦਾ ਹੁੰਦਾ, ਮੇਰੇ ਵਾਸਤੇ ਕੀ ਹੈ? ਵੀ ਕਿਤੇ ਮੈਂ ਵੀ ਇਹੀ ਤਾਂ ਨਹੀਂ ਕਰ ਰਿਹਾ, ਬਾਹਰੋਂ ਬੀਬਾ ਰਾਣਾ ਬਣ ਕੇ ਦੁਨੀਆ ਨੂੰ ਦੱਸ ਰਿਹਾ ਮੈਂ ਤਾਂ ਬੜਾ ਬੀਬਾ ਰਾਣਾ, ਬੜਾ ਗੁਰਮੁਖ ਹਾਂ ਜੀ, ਅੰਦਰੋਂ ਝੂਠਾ ਆ ਤੇ ਅੰਦਰ ਸਾਰਾ, ਮੇਰੇ ਅੰਦਰ ਸਾਰਾ ਕੁਛ ਬਿਲਕੁਲ ਆਪੋਜ਼ਿਟ ਹੈ। ਪਾਤਸ਼ਾਹ ਕਹਿੰਦੇ ਨੇ ਜੇ ਉਹ 68 ਤੀਰਥ ਵੀ ਨਹਾ ਲਵੇ ਤਾਂ ਮੈਲ ਨਹੀਂ ਉਤਰਦੀ ਜਿਹੜੀ ਵਿਕਾਰਾਂ ਦੀ ਹੈ। ਹੁਣ ਸਪਸ਼ਟ ਹੈ ਕਿ ਪਾਤਸ਼ਾਹ ਕਹਿੰਦੇ ਨੇ ਵੀ 68 ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਭਾਵ ਇੱਕ ਤੀਰਥ ਤਾਂ ਕੀ, ਜੇ ਬ੍ਰਾਹਮਣ ਮਤ ਰਾਹੀਂ ਦੱਸੇ ਸਾਰੇ ਮਨੁੱਖ 68 ਤੀਰਥਾਂ ਤੇ ਜਾ ਕੇ ਵੀ ਇਸ਼ਨਾਨ ਕਰ ਲਵੇ ਤਾਂ ਵੀ ਉਸਦੇ ਮਨ ਦੀ ਮੈਲ ਨਹੀਂ ਉਤਰ ਸਕਦੀ। ਤੇ ਹੁਣ ਹੋਰ ਗੁਰਬਾਣੀ ਦੇ ਬਹੁਤ ਪ੍ਰਮਾਣ ਆ ਕਿ ਜਿਨ੍ਹਾਂ ਰਾਹੀਂ ਅਸੀਂ ਤੀਰਥ ਇਸ਼ਨਾਨਾਂ ਤੇ ਤੀਰਥਾਂ ਦੇ ਰਟਣ ਨੂੰ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਡੱਡੂਆਂ ਮੱਛੀਆਂ ਦੀ ਤਰ੍ਹਾਂ ਜਨਮ ਦੇ ਗੇੜ ਵਿੱਚ ਫਸੇ ਰਹਿਣਾ ਸਮਝਦੇ ਹਾਂ। ਇਹਦੇ ਬਾਰੇ ਜਿਹਨੂੰ ਸ਼ੱਕ ਹੈ ਵੀ ਆ ਜਿਹੜੀ ਜੀ ਮੈਂ ਗੱਲ ਕਹੀ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਹਾਂਜੀ ਬਿਲਕੁਲ ਹੈ। ਤੇ ਇਹ ਕਿੰਨੇ ਪੰਨਿਆਂ ਤੇ ਜੀ? ਇਹ 484 ਅੰਕ ਤੇ। ਤੇ 484 ਅੰਕ ਤੇ ਕੀ ਲਿਖਿਆ ਹੈ? ਉੱਥੇ ਸ਼ਬਦ ਆ। ਉਹ ਸ਼ਬਦ ਕੀ ਹੈ? ਆਓ ਦੇਖੋ, ਆਪਾਂ ਉਹ ਵੀ ਥੋੜ੍ਹਾ ਜਿਹਾ ਧਿਆਨ ਕਰ ਲਈਏ। ਉਹ 'ਚ ਇਹ ਹੈ ਕਿ ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੈ। ਆਸਾ ਰਾਗ ਦੇ ਵਿੱਚ ਇਹ ਕਬੀਰ ਜੀ ਦੇ ਸ਼ਬਦ ਆ ਤੇ 37ਵਾਂ ਸ਼ਬਦ ਆ ਉਹਨਾਂ ਦਾ। ਆਸਾ ਪੂਰਾ ਸ਼ਬਦ ਵੀ ਸੁਣਨਾ। ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈਕੁੰਠ ਨਾ ਜਾਣਾ।
लोक पतीणे कछु न होवै, नाहि राम एआना। पूजो राम एक ही देवा, साचा नावण गुर की सेवा। ये मैनू एक सिख होने के नाते समझ लग गई भी पूजो राम एक ही देवा, भाव गुरु दे दसे होए राह ते तुरना ही असली तीर्थ इशनान है। साचा नावण गुर की सेवा। सो करना की है? पूजो राम एक ही देवा। केड़ा राम? मैनू औंकड़ है, एक राम बहुते नहीं राम। वो राम केड़ा जिहड़ा सर्व व्यापक है, उस राम दा भजन करो, जपो, उहनूं जपो। हुण इहनूं गल नूं समझाउण लई एक जिहड़ा दूसरा बंद है उहदे विच मिसाल दित्ती है, जल के मज्जन। मज्जन की हुंदा? इशनान। चुब्बी ला के ना इशनान करना। जल के मज्जन जे गत होवे, इहनूं मंजन नहीं पढ़ना जी, मज्जन है। मज्जन मंजन हुंदा दंदां नूं करने वाला। जल के मज्जन जे गत होवे, नित नित मेंढक नहावै। कहंदे भी जे पानी विच चुब्बी लाया ही मुक्ति मिल जाती होवे तो डड्डू तो रोज़ ही चुब्बियां लाउंदे आ। तो फिर कहंदे जिहड़ा इदां कहंदा ना भी जी इशनान करन दे नाल मुक्ति मिल जाती है, तो गुरु ग्रंथ साहिब जी महाराज कहंदे ने जैसे मेंढक जिद्दां वो डड्डू आ ना, तैसे ओए नर वो मनुख भी उदां दे ही आ। उही मनुख भी उही समझो। फिर जोन नहीं आवे। बस फिर की है? वो सदा जूना विच पे रहिंदे आ। क्यों? नाम तो उन्होंने समझे नहीं भी नाम है की। हुण ब्राह्मणां नूं पुन दान ते इशनान करन नाल पाप लथ जांदे ते आत्मा निर्मल हो जाती है। ये जिहड़ी विचार है इहदा तां गुरमत जो गुरु ग्रंथ साहिब जी की बाणी आ ये तां विरोध करदी है। होर तां होर खुद गुरु तेग बहादुर साहिब जी महाराज 830 अंक ते, जे असीं कहीए जी भी असीं जी ਇਹਦੇ अर्थ गलत मलत कर रहे हैं तो 830 अंक ते जे असी दर्शन करिए गुरु ग्रंथ साहिब जी महाराज जी दे ते उत्थे शब्द आउंदा, कहाँ पयो तीर्थ व्रत किए, राम शरण नहीं आवे, जोग जग नेफल तेह मानो, जो प्रभ जस बिसरावै। तेग बहादुर साहब जी महाराज जी की बाणी आ। हुण दसो जी भी असीं किहड़ी गल बिलावल महला, बिलावल अग दे विच है, बिलावल महला नावां, मैं पूरा शब्द पढ़ के दहाना। हर बिलावल महला नौवां। हर के नाम बिना दुख पावै, भगत बिना सहसा न चूकै, गुर एह भेद बतावै रहाओ। कहाँ भयो तीर्थ व्रत किए, राम शरण नहीं आवै, जोग जग नेफल ते मानो, जो प्रभ जस बिसरावै। मान मोह दोनों को परहर, गोविंद के गुण गावै, कौन आने के बिद को प्राणी, जीवन मुक्त कहावै। ते हुण स्पष्ट करता पातशाह ने भी ਜਿਹੜੇ कोई मनुख परमात्मा की ਜਿਹੜਾ मनुख शरण नहीं पैंदा उस परमात्मा काल पुरख वाहिगुरू जी दे, ਤਾਂ ਉਸ ਦੇ ਤੀਰਥ ਯਾਤਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫਾਇਦਾ ਨਹੀਂ। ਜਿਹੜਾ ਇਨਸਾਨ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਭੁਲਾ ਦਿੰਦਾ, ਪਾਤਸ਼ਾਹ ਕਹਿੰਦੇ ਨੇ ਮੈਂ ਸਮਝਦਾ ਕਿ ਉਸ ਦੇ ਯੋਗ ਸਾਧਨ ਤੇ ਜੱਗ ਵਗੈਰਾ ਜੋ ਕੀਤੇ ਜਾਂਦੇ ਨੇ ਇਹ ਵਿਅਰਥ ਹਨ। ਤੇ ਸਾਡੀ ਭਾਸ਼ਾ 'ਚ ਜੇ ਉਹਦੇ ਲੰਗਰ ਚਲਾਏ ਵੀ ਫਿਰ ਵਿਅਰਥ ਹੀ ਸਮਝੋ। ਹੁਣ ਇੱਕ ਹੋਰ ਦੇਖੋ
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ। ਅਗਲਾ ਜਿਹੜਾ ਸ਼ਬਦ ਆ ਉਹਦੇ ਵਿੱਚ ਬਿਲਾਵਲ ਮਹੱਲਾ 9ਵਾਂ, ਜਾ ਮੈਂ ਭਜਨ ਰਾਮ ਕੋ ਨਾਹੀ, ਤਿਹ ਨਰ ਜਨਮ ਅਕਾਰਥ ਖੋਇਆ, ਜੈ ਰਾਖੋ ਮਨ ਮਾਹੀ ਰਹਾਓ। ਤੀਰਥ ਕਰੈ ਬ੍ਰਤ ਫੁਨ ਰਾਖੈ, ਨੈ ਮਨੁਆ ਬਸ ਜਾਕੋ, ਨੇਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਯਾ ਕੋ। ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੈ ਨਾਹੇ ਤਿਹ ਪਾਨੀ, ਤੈਸੇ ਹੀ ਤੁਮ ਤਾਹੇ ਪਛਾਨੋ, ਭਗਤਹੀਨ ਜੋ ਪ੍ਰਾਨੀ। ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਜੈ ਭੇਦ ਬਤਾਵੈ, ਕੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੈ। ਤੇ ਗਰੂਆ ਕੀ ਹੁੰਦਾ? ਭਾਰਾ, ਆਦਰ ਸਤਕਾਰ ਵਾਲਾ। ਹੁਣ ਪਾਤਸ਼ਾਹ ਇੱਥੇ ਸਪਸ਼ਟ ਕਰਦੇ ਨੇ ਕਿ 831 ਪੰਨੇ ਤੇ ਇਹ ਤੀਜਾ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ। ਪਹਿਲਾਂ ਮੈਂ ਦੂਸਰਾ ਪੜ੍ਹਿਆ ਵੀ ਕਹਿੰਦੇ ਨੇ ਵੀ ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿੱਚ ਨਹੀਂ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ, ਵਰਤ ਵੀ ਰੱਖਦਾ, ਪਰ ਤੁਸੀਂ ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜਿਹੇ ਮਨੁੱਖ ਨੂੰ ਵੀ ਇਹ ਗੱਲ ਸੱਚੀ ਆਖ ਦਿੰਦਾ ਹਾਂ। ਅਸੀਂ ਗੁਰੂ ਦੀ ਗੱਲ ਤਾਂ ਮੰਨਣੀ ਨਹੀਂ। ਹੁਣ ਉਹ ਗੱਲ ਫਿਰ ਜਦੋਂ ਅਖੀਰ 'ਚ, ਚਲੋ ਇਹ ਤਾਂ ਜੀ ਬੰਦੇ ਕਹਿ ਸਕਦੇ ਸਾਡੇ ਵੀ ਦੇਖੋ ਜੀ ਅਸੀਂ ਇੰਨੇ ਕਿੱਥੇ ਸਾਡੇ ਕੋਲ ਟਾਈਮ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆ ਜਿੰਨੇ ਤੁਸੀਂ ਦੱਸੇ ਆ ਵੀ ਇੰਨੇ ਬੰਦ ਜਾਂ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹੀ ਹੋਵੇ, ਪਰ ਸਾਡੇ ਕੋਲ ਤਾਂ ਟਾਈਮ ਹੈ ਨਹੀਂ ਜੀ। ਅੱਛਾ ਜੀ, ਵੀ ਜੇ ਤੁਹਾਡੇ ਕੋਲ ਟਾਈਮ ਹੈ ਨਹੀਂ ਤਾਂ ਫਿਰ ਘੱਟੋ ਘੱਟ ਜਦੋਂ ਇਹ ਤਾਂ ਆਪਾਂ ਸਾਰੇ ਭੋਗ ਦੇ ਸਮੇਂ ਸੁਣਦੇ ਹੀ ਆ ਨਾ ਵੀ ਤੀਰਥ ਵਰਤੇ ਅਰਦਾਨ ਕਰ, ਮਨ ਮੈਂ ਤਰੈ ਕਮਾਨ। ਹੁਣ ਦੇਖੋ ਨਾ, ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਬਈ ਅਸੀਂ ਜਦੋਂ ਵੀ ਭੋਗ ਪੈਂਦਾ ਉਸ ਵੇਲੇ ਤਕਰੀਬਨ ਅਸੀਂ ਬੈਠੇ ਹੁੰਦੇ ਹਾਂ ਉੱਥੇ। ਭੋਗ ਦੇ ਸ਼ਲੋਕ ਇਹ ਸਾਡੇ 'ਚ ਇਹ ਵੀ ਭਾਵਨਾ ਪਾਈ ਹੋਆ ਵੀ ਸਾਰਾ ਅਖੰਡ ਪਾਠ ਤੇ ਜੀ ਸਾਰੇ ਹੋਰ ਤੁਸੀਂ ਨਾ ਵੀ ਸੁਣੋ, ਕੋਈ ਗੱਲ ਨਹੀਂ, ਬਸ ਜਿਹੜੇ ਤੁਸੀਂ ਅਖੀਰਲੇ ਸ਼ਲੋਕ ਸੁਣ ਲਏ, ਸਮਝੋ ਸਾਰੀ ਬਾਣੀ ਦਾ ਜਿਹੜਾ ਬਸ ਅਸਰ ਹੈ ਨਾ ਉਹ ਤੁਹਾਨੂੰ ਮਿਲ ਗਿਆ। ਇਹ ਵੀ ਸਾਡੇ 'ਚ ਵਹਿਮ ਪਾਇਆ। ਤੇ ਹੁਣ ਗੁਰੂ ਮਹਾਰਾਜ ਸਾਨੂੰ ਸਪਸ਼ਟ ਕਰਦੇ ਨੇ, ਪਰ ਅਸੀਂ ਉਹ ਸੁਣਦੇ ਨਹੀਂ ਧਿਆਨ ਨਾਲ। ਬੈਠੇ ਇੱਦਾਂ ਹੁੰਦੇ ਹਾਂ ਅਸੀਂ ਵੀ ਜਿੱਦਾਂ ਸਾਨੂੰ ਪੂਰੀ ਸਮਝ ਲੱਗ ਰਹੀ ਹੈ। ਹੁਣ ਪਾਤਸ਼ਾਹ ਕਹਿੰਦੇ ਨੇ ਤੀਰਥ ਵਰਤੇ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਜਿਹਦੇ ਵਿੱਚ ਇਹ ਸਭ ਕੁਛ ਕਰਕੇ ਹੰਕਾਰ ਆ ਜਾਂਦਾ, ਪਰ ਅਸੀਂ ਤਾਂ ਰੋਜ਼ ਕਰਦੇ ਹਾਂ ਜੀ, ਹਰੇਕ ਸੰਡੇ ਨੂੰ ਕਰਦੇ ਹਾਂ। ਜੇ ਕਿਤੇ ਗ੍ਰੰਥੀ ਸਾਹਿਬ ਜੀ ਨੇ ਅਰਦਾਸ ਵੇਲੇ ਪਰਿਵਾਰ ਦਾ ਨਾਮ ਚੰਗੀ ਤਰ੍ਹਾਂ ਐਨ ਮਸਾਲੇ ਲਾ ਕੇ ਨਾਂ ਲਿਆ ਤਾਂ ਅਸੀਂ ਕਹਿੰਦੇ ਹੈਂ ਸਾਡਾ ਤਾਂ ਕੀਤਾ ਕਰਾਇਆ ਤੂੰ ਖੂਹ 'ਚ ਪਾਤਾ। ਇਹ ਸਭ ਕੁਛ ਕੀ ਡਰਾਮਾ ਜਿਹਾ ਅਸੀਂ ਕਰ ਰਹੇ ਹਾਂ। ਇਹ ਸਾਨੂੰ ਸੋਚਣ ਦੀ ਲੋੜ ਆ। ਪਾਤਸ਼ਾਹ ਸਾਨੂੰ ਸਪਸ਼ਟ ਕਰਦੇ ਨੇ, ਭਾਈ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਗੱਲਾਂ, ਇਹ ਜੋ ਗੁਰਬਾਣੀ ਹੈ ਇਹ ਤੁਹਾਨੂੰ ਤੁਹਾਡੀ ਜੀਵਨ ਵਾਸਤੇ ਹੈ, ਤੁਹਾਡੇ ਜੀਵਨ ਨੂੰ ਉੱਚਾ ਚੁੱਕਣ ਲਈ ਹੈ। ਤੇ ਹੁਣ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਖੁਦ ਕਹਿ ਰਹੇ ਨੇ ਤੀਰਥ ਵਰਤੇ ਅਰਦਾਨ ਕਰ, ਮਨ ਮੈਂ ਧਰੈ ਕਮਾਨ, ਨਾਨਕ ਨੇ ਫਲ ਜਾਂਤ ਤੇ ਜਿਉ ਕੁੰਚਰ ਇਸ਼ਨਾਨ। ਵੀ ਜਿੱਦਾਂ ਉਹ ਜਿਹੜਾ ਹਾਥੀ ਆ ਉਹ ਤੁਸੀਂ ਦੇਖਿਆ ਹੀ ਆ, ਇਸ਼ਨਾਨ ਕਰਕੇ ਪਾਣੀ 'ਚੋਂ ਬਾਹਰ ਨਿਕਲਦਾ, ਤੇ ਜਦੋਂ ਬਾਹਰ ਨਿਕਲ ਕੇ ਤੇ ਫਿਰ ਕਰਦਾ ਕੀ ਆ, ਮੁੜ ਕੇ ਫੇਰ ਮਿੱਟੀ ਆਪਣੇ ਉੱਪਰ ਪਾ ਲੈਂਦਾ। ਤੇ ਇਹ ਸਾਰਾ ਕੁਛ ਸਾਨੂੰ ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਤੇ ਜੇ ਅਸੀਂ ਗੁਰੂ ਦੀ ਗੱਲ ਸਮਝਣੀ ਨਹੀਂ ਤਾਂ ਫਿਰ ਜੀ ਅਸੀਂ ਕਿਹੜੇ ਮੂੰਹ ਨਾਲ ਕਹਿ ਸਕਦੇ ਹਾਂ ਵੀ ਦੇਖੋ ਜੀ ਅਸੀਂ ਤਾਂ ਗੁਰੂ ਕੇ ਸਿੱਖ ਹਾਂ, ਅਸਲੀ ਨਕਲੀ ਨਹੀਂ ਹੈ, ਸਿੱਖ ਸਿੱਖੇ ਹੀ ਹੈ। ਇਹ ਗੱਲ ਵੱਖਰੀ ਹੈ ਤੇ ਅਸੀਂ ਬੜੇ ਕਈ ਕੁਛ ਕਰਨ ਲੱਗ ਪਏ ਹਾਂ। ਚਲੋ ਵਾਹਿਗੁਰੂ ਮਿਹਰ ਕਰੇ, ਸਾਨੂੰ ਸਮਤ ਬਖਸ਼ਣ। ਕਹਿਣ ਦਾ ਮਤਲਬ ਇਹ ਹੈ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਨਿਫਲ ਜਾਂਤ ਤੇ, ਉਹਦਾ ਜਿਹੜਾ ਕਰਮ ਕੀਤਾ ਹੈ ਨਾ ਤੀਰਥ ਵਰਤ ਤੇ ਦਾਨ ਕਰਨਾ, ਪਰ ਬਾਅਦ 'ਚ ਹੰਕਾਰ ਆ ਗਿਆ ਵੀ ਮੈਂ ਤੀਰਥ ਯਾਤਰਾ ਕਰਕੇ ਆਇਆ।
ਜਿੱਦਾਂ ਹੁਣ ਮੇਰੇ ਵਰਗੇ ਨੂੰ ਕਈ ਵਾਰੀ ਇਹ ਵੀ ਹੋ ਜਾਂਦਾ, ਲਾ ਮੈਂ ਸਵੇਰੇ ਉੱਠ ਕੇ ਇੰਨੀਆਂ ਬਾਣੀਆਂ ਦਾ ਪਾਠ ਕਰਦਾ, ਹੰਕਾਰ ਆ ਗਿਆ, ਹੰਕਾਰ ਆ ਗਿਆ, ਬਸ ਗਿਆ ਕੰਮ ਸਾਰਾ। ਤੇ ਹੁਣ ਅਸੀਂ ਗੁਰੂ ਦੀ ਗੱਲ ਮੰਨਣੀ ਆ, ਗੁਰੂ ਦੀ ਗੱਲ ਕਿੱਥੇ ਲਿਖੀ ਹੋ, ਜਿਨ੍ਹਾਂ ਬਾਰੇ ਸਾਡੀਆਂ ਦੋ ਰਾਵਾਂ ਨਹੀਂ ਹੋ ਸਕਦੀਆਂ, ਚਾਹੇ ਉਹ ਮੰਨਣ ਉਹਨਾਂ ਚੀਜ਼ ਨੂੰ, ਚਾਹੇ ਨਾ ਮੰਨਣ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਬਚਨ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਰੱਬੀ ਬਚਨ ਨੇ, ਅਟੱਲ ਬਚਨ ਨੇ, ਜੋ ਗੁਰੂ ਸਾਹਿਬ ਜੀ ਨੂੰ ਇਲਹਾਮ ਹੋਇਆ, ਜੋ ਮਹਿਸੂਸ ਹੋਇਆ, ਉਹਨਾਂ ਨੇ ਸ਼ਬਦਾਂ ਦੇ ਵਿੱਚ ਪ੍ਰਗਟ ਕਰਕੇ ਸਾਡੇ ਉਧਾਰ ਲਈ, ਸਾਡੇ ਜੀਵਨ ਨੂੰ ਉੱਚਾ ਚੁੱਕਣ ਲਈ, ਸਾਡੇ ਜੀਵਨ ਨੂੰ ਸੁਖੱਲਾ ਬਣਾਉਣ ਲਈ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਤੇ ਕੋਸ਼ਿਸ਼ ਕੀਤੀ ਗਈ ਹੈ ਬਈ ਗੱਲ ਸਮਝਾਉਣ ਦੀ। ਹੁਣ ਜੇ ਅਸੀਂ ਐਵੇਂ ਨਹੀਂ ਵੀ ਸਾਰਾ ਰੌਲਾ ਪਾਈ ਜਾਂਦੇ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜੋ ਸਪਸ਼ਟ ਲਿਖਿਆ ਰਹਿਤ ਮਰਿਆਦਾ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਹੋਰ ਕਿਸੇ ਵੀ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਇਹ ਸਪਸ਼ਟ ਲਿਖਿਆ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਤੇ ਇਸ ਕਰਕੇ ਅਸੀਂ ਜੇ ਗੁਰੂ ਕੇ ਸਿੱਖ ਹੈ, ਆਪਾਂ ਹੈ ਹੀ ਗੁਰੂ ਕੇ ਸਿੱਖ, ਹੋਰ ਤਾਂ ਸਾਨੂੰ ਕਿਸੇ ਦੇ ਸਿੱਖ ਮੰਨਣ ਦੀ ਲੋੜ ਹੀ ਨਹੀਂ। ਤੇ ਅਸੀਂ ਗੁਰੂ ਦੇ ਸਿੱਖ ਹਾਂ, ਤੇ ਇਸ ਕਰਕੇ ਸਾਨੂੰ ਮਾਣ ਨਾਲ ਇਹ ਗੱਲ ਕਰਨੀ ਸਾਨੂੰ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ। ਤੇ ਇਹ ਜਦੋਂ ਪੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਫੈਸਲਾ ਲੈਂਦਾ ਹੈ, ਉਹ ਗੁਰੂ ਦਾ ਹੁਕਮ ਮੰਨਿਆ ਜਾਂਦਾ ਹੈ। ਕੋਸ਼ਿਸ਼ ਕੀਤੀ ਗਈ ਹੈ ਜੋ ਅੱਜ ਕੱਲ੍ਹ ਹੋ ਰਿਹਾ ਉਹਨੂੰ ਸਪਸ਼ਟ ਕਰਨ ਦੀ। ਹੋ ਸਕਦਾ ਮੈਂ ਉਸ ਤੁਹਾਡੇ ਮਿਆਰ 'ਤੇ ਨਾ ਉਤਰ ਸਕਾਂ, ਨਾ ਉਤਰ ਸਕਿਆ ਹੋਵਾਂ, ਪਰ ਜਿੰਨੀ ਕੁ ਮੈਨੂੰ ਮੱਤ ਹੈ ਉਸ ਮੱਤ ਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਸਾਂਝ ਪਾਈ ਹੈ। ਗੁਰੂ ਮਹਾਰਾਜ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਮੇਰੇ ਪਾਤਸ਼ਾਹ ਸਾਨੂੰ ਵੱਧ ਤੋਂ ਵੱਧ ਸੁਮਤ ਬਖਸ਼ਣ ਸਾਨੂੰ, ਕਿਉਂਕਿ ਇਹ ਜੋ ਵੀ ਮੇਰੇ ਪਾਤਸ਼ਾਹ ਸਾਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਦੱਸਦੇ ਨੇ, ਉਹ ਸਾਡੀ ਕੋਸ਼ਿਸ਼ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਪ੍ਰਕਾਸ਼ ਜੋ ਆਪਾਂ ਨੇ ਮਨਾਇਆ, ਉਸ ਦੇ ਮੁਤਾਬਕ ਆਪਾਂ ਨੂੰ ਘੱਟੋ ਘੱਟ ਗੱਲ ਸਮਝਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਜੇ ਸਾਰੇ ਆਪਾਂ ਰਲ ਮਿਲ ਕੇ ਉਸ ਗੁਰੂ ਦੀ ਉਸਤਤ ਕਰਦੇ ਹਾਂ, ਤਾਂ ਫਿਰ ਇਹਦਾ ਮਤਲਬ ਸਭ ਇਹੀ ਹੈ ਕਿ ਗੁਰੂ ਸਾਹਿਬ ਜੀ ਨੇ ਜੋ ਵੀ ਸਾਨੂੰ ਦੇਣ ਦਿੱਤੀ ਹੈ, ਉਹ ਜੋ ਹੈ ਉਸ ਨੂੰ ਅਸੀਂ ਅਜਾਈ ਨਾ ਜਾਣ ਦਈਏ। ਮੇਰੇ ਪਾਤਸ਼ਾਹ ਰਹਿਮਤਾਂ ਕਰਨ ਤੇ ਗੁਰੂ ਮਹਾਰਾਜ ਸਾਨੂੰ ਸਮਤ ਬਖਸ਼ਣ। ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ 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 ਹਾਂਜੀ। ਤੇ ਫਿਰ ਮੈਂ ਬੇਨਤੀ ਕਰ ਦੇਵਾਂ ਕਿ ਇਹ ਜੋ ਆਵਾਜ਼ ਹੈ, ਇਹ ਆਵਾਜ਼ ਹੈ ਰੇਡੀਓ ਸਿੰਘਨਾਥ ਦੀ ਆਵਾਜ਼ ਹੈ। ਤੇ ਰੇਡੀਓ ਸਿੰਘਨਾਥ ਤੋਂ ਇਸ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਤੇ ਹੁਣ ਤਕਰੀਬਨ ਸਮਾਪਤੀ ਹੈ। ਤੇ ਉਸ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਜਿਹੜੇ ਸੁਨੇਹੇ ਹੈ, ਤੇ ਅੱਜ 30 ਪੋਹ ਸੰਮਤ 555 ਨਾਨਕ ਸਾਹਿਬ ਦੇ ਮੁਤਾਬਕ ਦਿਨ ਸ਼ੁੱਕਰਵਾਰ 12 ਜਨਵਰੀ 2024 ਤੇ ਕੱਲ੍ਹ ਨੂੰ ਨਵਾਂ ਮਹੀਨਾ ਚੜ੍ਹਨਾ। ਤੇ ਆਪਾਂ ਵੱਧ ਤੋਂ ਵੱਧ ਜਿਹੜੀ ਕੋਸ਼ਿਸ਼ ਹੈ ਗੁਰੂ ਮਹਾਰਾਜ ਦੀ ਕੋਸ਼ਿਸ਼, ਜੋ ਬਖਸ਼ਿਸ਼ ਦੇ ਨਾਲ ਅਸੀਂ ਇਹ ਵਿਚਾਰਾਂ ਦੀ ਸਾਂਝ ਇਸੇ ਤਰ੍ਹਾਂ ਪਾਈ ਰੱਖਣੀ ਹੈ। ਤੇ ਕੋਸ਼ਿਸ਼ ਕੀਤੀ ਹੈ, ਬਾਕੀ ਕੋਸ਼ਿਸ਼ ਕਰਨਾ ਸਾਡਾ ਫਰਜ਼ ਹੈ। ਇਹ ਨਹੀਂ ਸਾਨੂੰ ਪਤਾ ਕਿ ਜੋ ਗੁਰੂ ਸਾਹਿਬ ਦੀ ਕੀ ਭਾਵਨਾ, ਉਹ ਤਾਂ ਗੁਰੂ ਜਾਣੇ, ਪਰ ਜੋ ਸਾਨੂੰ ਸਮਝ ਲੱਗੀ ਹੈ ਉਹ ਅਸੀਂ ਸਾਂਝੀ ਕਰ ਸਕਦੇ ਹਾਂ। ਤੇ ਮੇਰੇ ਪਾਤਸ਼ਾਹ ਰਹਿਮਤਾਂ ਕਰਨ। ਤੇ ਜਿਹੜੇ ਤੁਹਾਡੇ ਸੁਨੇਹੇ ਆਏ ਜੀ, ਉਹ ਵੀ ਮੈਂ ਸਾਂਝੇ ਕਰਦੇ ਜਾਵਾਂ। ਹਾਂਜੀ,
एक जी सर निर्मल सिंह जी चंडीगढ़ तो बहुत बहुत धन्यवाद जी। सरदार जसवंत सिंह जी वेरदी पैरीवेल तो बहुत बहुत धन्यवाद जी। तो इसी तरह जी मनप्रीत सिंह जी थोड़ा भी धन्यवाद। तो सरदार अजमेर सिंह जी इंडिया तो थैंक यू वेरी मच। तो सरदार गुरशन सिंह जी ढिलों नारवे तो धन्यवाद करते हैं, फतेह साझी कर रहे हैं, बहुत बहुत धन्यवाद भाई साहब जी। तो सरदार चमकौर सिंह जी हेस तो कहते हैं गुरफतेह वीर जी धन्यवाद करते हैं, फतेह साझी कर रहे हैं, थैंक यू वेरी मच जी। स्विट्जरलैंड तो सरदार गुरदेव सिंह जी कहते हैं वाहिगुरू जी सब का भला करे, थैंक यू जी, बहुत बहुत धन्यवाद। तो इधर मैसेज जोड़े हो आए जी वो भी मैं साझे करते जावा जी। बीबी सुखजीत कौर जी बहुत बहुत धन्यवाद। तो इसी तरह सरदार जसकरण सिंह जी थैंक यू वेरी मच, गुरु महाराज चढ़दी कला बख्शिश करन। तो डिंपल जी थोड़ा भी धन्यवाद। कुलदीप सिंह जी कैनेडा तो थैंक यू जी, बहुत बहुत धन्यवाद। तो सरदार महेंद्र सिंह जी खालसा बेल्जियम तो बहुत बहुत धन्यवाद जी, गुरु महाराज चढ़दी कला बख्शिश करन। तो लुधियाने तो साडे वीर जी सरदार मनजिंदर सिंह जी थिंद फतेह साझी कर रहे हैं, बहुत बहुत धन्यवाद भाई साहब जी। तो बर्मिंगम तो साडे वीर जी सरदार त्रिलोचन सिंह जी कहते वाहिगुरू जी का खालसा वाहिगुरू जी की फतेह भाई साहब जी, थैंक यू भाई साहब, बहुत बहुत धन्यवाद। लो जी ये सी साडा जी अज का प्रोग्राम। तो मैं फिर बेनती कर देवां कि कोशिश की गई है कि जो अजकल हो रहा उन्होंने विचारों को स्पष्ट करने दी। तो बाकी ये नहीं असी कभी भी क्लेम करते भी देखो जी असी जो कह रहे हैं उही सच है, साडा उन्होंने दूसरों नाल कोई वहम नहीं, किसी किस्म का शक नहीं सानू। पर एक गल स्पष्ट है कि जिस सिद्धांत ते असी पहरा दे रहे हैं वो ये है कि गुरु ग्रंथ साहब जी दे तुल होर किसी पुस्तक का प्रकाश नहीं हो सकता। बस ये तो बाद बाकी गल जी है ये आप इनू जिदा मर्जी असी कहीए जी उत्थे जी इदा लिखा जो नहीं जी यदा मतलब ये अपने अपने मतलब हो सकती है, पर जिहड़ी जो भी हुक्म है वो हुक्म ही है, पंथ का हुक्म है। तो वो स्पष्ट लिखा है, इस करके सानू हुण देखो ना होर तां गल्लां दी गल्लां जदों असी क्योंकि जिहड़े बंदे कई बार पुछ लैंदे जी ये कित्थे लिखे रहा, तो मेरे पन्ना जी जिहड़ा पन्ना मतलब पेज 13 ते लिखिਆ जी हाहा क्लौज आ श्री गुरु ग्रंथ साहिब जी दे वाकर भाव ब्रैकेट च लिखिਆ तुल किसी पुस्तक नूं स्थापन नहीं करना, गुरुद्वारे विच कोई मूर्ति पूजा जां होर गुरमत दे विरुद्ध कोई रीति जां संस्कार ना होवे, ना ही कोई अनमत दा त्योहार मनाया जावे। हाँ किसी मौके जां इकत्तरता नूं गुरमत दे प्रचार लई वरतना अयोग नहीं। स्पष्ट है जी। तो बहुत बहुत धन्यवाद जी। तो कल नूं आपां फिर उस मालिक की सिफत सलाह करांगे। तो अज दी इन्नी सेवा प्रवान करियो। प्रोग्राम पेश करदियां होईयां गलतियां दी खिमा। जिथे रहो हसते वास्ते रहो, चढ़दी कला च रहो। पातशाह मेरा कन फतेह का जवाब फतेह भी देना जी। वाहिगुरू जी का खालसा वाहिगुरू जी की फतेह।